ਕਿਸਾਨੀ ਸੰਘਰਸ਼ ਸਾਨੂੰ ਬਹੁਤ ਕੁਝ ਦੇ ਰਿਹਾ, ਇਹਦੀਆਂ ਪ੍ਰਾਪਤੀਆਂ ਬਹੁਤ ਹੈ। ਹਾਲਾਂਕਿ ਅਲਟੀਮੇਟ ਲੜਾਈ ਸਾਡੀ ਕੇਂਦਰ ਦੇ ਨਾਲ ਹੈ ਔਰ ਇਹ ਲੜਾਈ ਲਗਾਤਾਰ ਜਾਰੀ ਹੈ। ਪਰ ਇਸ ਸੰਘਰਸ਼ ਦੇ ਵਿੱਚੋਂ ਬਹੁਤ ਛੋਟੇ-ਛੋਟੇ ਪੋਜ਼ਿਟਿਵਸ ਕੱਢਣੇ ਹੋਣ ਤਾਂ ਉਹਨਾਂ ਚੋਂ ਇੱਕ ਇਹ ਹੈ ਕਿ ਨੌਜਵਾਨ ਜਿਹੜਾ ਉਹ ਮੂਹਰੇ ਆ ਰਿਹਾ ਹੈ। ਪੰਜਾਬ ਦੀ ਸਿਆਸਤ ਜਾਂ ਪੰਜਾਬ ਦੀ ਮੁੱਖ ਧਾਰਾ ਦੇ ਵਿੱਚ ਕੁਝ ਖਾਸ ਘਰਾਂ ਦਾ ਹਮੇਸ਼ਾ ਜ਼ੋਰ ਰਿਹਾ ਹੈ, ਪਰ ਉਹਨਾਂ ਨੂੰ ਤੋੜਨ ਵਾਸਤੇ ਹਮੇਸ਼ਾ ਲੋੜ ਰਹੀ ਹੈ ਕਿ ਨੌਜਵਾਨ ਮੂਹਰੇ ਆਵੇ ਜੋ ਰਿਪਰੈਜ਼ੈਂਟ ਕਰੇ ਆ ਕੇ। ਐਸਾ ਹੀ ਇੱਕ ਨੌਜਵਾਨ ਸੁਖਜੀਤ ਸਿੰਘ ਹੈ, ਆਸਟ੍ਰੇਲੀਆ ਤੋਂ ਵਾਪਸ ਪਰਤਿਆ 6 ਸਾਲ ਬਾਅਦ ਔਰ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਨੌਜਵਾਨ ਹੈ। ਸਟੂਡੈਂਟ ਜਿਹੜੀ ਪੋਲਿਟਿਕਸ ਹੈ ਉਹਦੇ ਚੋਂ ਨਿਕਲਿਆ ਹੋਇਆ ਚਿਹਰਾ ਹੈ। ਪੰਜਾਬ ਯੂਨੀਵਰਸਿਟੀ ਦਾ ਪੂਸੂ ਦਾ ਪ੍ਰੈਜ਼ੀਡੈਂਟ ਰਿਹਾ 2 ਸਾਲ ਇਹ ਨੌਜਵਾਨ, ਔਰ ਅੱਜ ਕੱਲ੍ਹ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਅਣਮੁੱਲਾ ਜਿਹੜਾ ਯੋਗਦਾਨ ਉਹ ਪਾ ਰਿਹਾ। ਉਹ ਅਵੇਅਰ ਕਰ ਰਿਹਾ ਕਿਸਾਨ ਨੂੰ ਪਿੰਡ-ਪਿੰਡ ਜਾ ਕੇ ਕਿ ਇਹਦਾ ਨੁਕਸਾਨ ਕੀ ਹੈ। ਸੁਖਜੀਤ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਸਾਰੇ ਦੋਸਤਾਂ ਦਾ, ਸਾਰੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ, ਗੁਰਫਤਿਹ। ਕਿਸ ਤਰ੍ਹਾਂ ਸਮਝਾ ਰਹੇ ਹੋ, ਕਿਸ ਤਰ੍ਹਾਂ ਇਹ ਸਾਰੇ ਜਿਹੜੇ ਕਾਨੂੰਨ ਆਏ ਹੈ ਘਰ ਘਰ ਤੱਕ ਕਿਵੇਂ ਲੈ ਕੇ ਜਾ ਰਹੇ ਹੋ, ਤੁਹਾਡੀ ਸਮਝ ਕੀ ਕਹਿੰਦੀ ਹੈ? ਦੇਖੋ ਜੀ, ਜੇ ਆਪਾਂ ਬੇਸਿਕ ਲੈਵਲ ਤੋਂ ਕਿਸਾਨ ਦੀ ਗੱਲ ਕਰੀਏ, ਕਿਸਾਨ ਨੂੰ ਕੁਝ ਹੋਰ ਚਾਹੀਦਾ ਸੀ। ਜੇ ਆਪਾਂ ਪੋਜ਼ਿਟਿਵਲੀ ਗੱਲ ਕਰੀਏ ਤਾਂ ਸਾਡੇ ਕੋਲੇ ਸਵਾਮੀਨਾਥਨ ਰਿਪੋਰਟ ਜਿਹਦਾ ਅਸੀਂ ਬਹੁਤ ਟਾਈਮ ਤੋਂ ਰੌਲਾ ਪਾ ਰਹੇ ਹਾਂ, ਗੱਲ ਕਿਹੜੀ ਉਧਰ ਨੂੰ ਜਾਣੀ ਚਾਹੀਦੀ ਸੀ ਕਿ ਗੱਲ ਰਿਵਰਸ ਗੇਅਰ ਪੈ ਚੁੱਕਿਆ ਔਰ ਵਾਪਸ ਨੂੰ ਜਾ ਰਹੀ ਹੈਗੀ। ਕਿੱਥੇ ਤਾਂ ਸਾਡੇ ਪਿੰਡਾਂ ਨੂੰ ਸਟੇਟ ਤੋਂ ਵੀ ਨੀਚੇ ਆ ਕੇ ਸਾਡੇ ਪਿੰਡਾਂ ਤੱਕ ਸਾਡੀਆਂ ਫਸਲਾਂ ਦੇ ਸਾਡੇ ਕੋਲੇ ਅਧਿਕਾਰ ਹੋਣੇ ਚਾਹੀਦੇ ਸੀ। ਕਿੱਥੇ ਇਹਨਾਂ ਨੇ ਸਾਰਾ ਜਿਹੜਾ ਤਾਣਾ ਪੇਟਾ ਚੱਕ ਕੇ ਇੱਕ ਸੈਂਟਰ ਤੱਕ ਲੈ ਗਏ ਹੈਗੇ। ਉਹ ਚੀਜ਼ ਪੋਸੀਬਲ ਨਹੀਂ ਹੈਗੀ। ਗਰਾਊਂਡ ਰਿਐਲਿਟੀ ਦੇ ਉੱਤੇ ਇਸ ਚੀਜ਼ ਦਾ, ਇਹਨਾਂ ਆਰਡੀਨੈਂਸਾਂ ਦਾ ਕੋਈ ਆਧਾਰ ਨਹੀਂ ਹੈਗਾ ਗਾ। ਜੇ ਦੇਖਿਆ ਜਾਵੇ ਧੱਕੇ ਨਾਲ ਉਹ ਜੋ ਮਰਜ਼ੀ ਕੁਝ ਕਰੀ ਜਾਣ, ਪਰ ਐਕਸੈਪਟੇਬਲ ਨਹੀਂ ਹੈਗੀਆਂ ਇਹ ਚੀਜ਼ਾਂ। ਪ੍ਰਾਈਵੇਟ ਸੈਕਟਰ ਦੇ ਖਿਲਾਫ ਬੜਾ ਵਿਦਰੋਹ ਤੇ ਰੋਸ ਹੋ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ ਪ੍ਰਾਈਵੇਟ ਫਰਮਾਂ ਅਡਾਨੀ ਅੰਬਾਨੀ ਆ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣਗੇ? ਹਾਂਜੀ, ਜੋ ਦੇਖੀਏ ਆਪਾਂ ਇਹਨਾਂ ਦੀ ਹਿਸਟਰੀ ਲੈ ਕੇ ਚੱਲੀਏ, ਚਾਹੇ ਤਾਂ ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਹੋਵੇ ਚਾਹੇ ਇੱਥੇ ਵੀ ਹੋਵੇ, ਉਹ ਚੀਜ਼ ਬਕਾਇਦਾ ਇਹ ਪ੍ਰੋਪਰ ਤਰੀਕੇ ਦੇ ਨਾਲ ਕਰਨਗੇ ਕਿਉਂਕਿ ਉਹਨਾਂ ਦੀ ਨੀਅਤ ਹੈ ਇਸ ਚੀਜ਼ ਨੂੰ ਕਰਨ ਦੀ। ਕਿਉਂਕਿ ਜੋ ਉਹਨਾਂ ਨੇ ਜਿਹੜੇ ਵੀ ਅੱਖਰ ਲਿਖੇ ਆ ਇਸ ਆਰਡੀਨੈਂਸ ਦੇ ਵਿੱਚ, ਜੋ ਵੀ ਪ੍ਰੋਵੀਜ਼ਨਸ ਪਾਈਆਂ ਗਈਆਂ ਨੇ, ਉਹ ਇਸ ਚੀਜ਼ ਵੱਲ ਸੰਕੇਤ ਕਰਦੀਆਂ ਨੇ ਕਿ ਉਹਨਾਂ ਦੀ ਨੀਅਤ ਦੇ ਵਿੱਚ ਇਹ ਚੀਜ਼ ਹੈਗੀ ਕਿ ਉਹਨਾਂ ਨੇ ਕੱਲ੍ਹ ਨੂੰ ਆ ਕੇ ਹੌਲੀ ਹੌਲੀ ਕਿਸਾਨ ਨੂੰ ਲਾਲਚ ਵਸ ਪਾ ਕੇ ਉਹਨੂੰ ਮਜਬੂਰ ਕਰਕੇ ਉਹ ਤੋਂ ਹੌਲੀ ਹੌਲੀ ਇਹ ਚੀਜ਼ ਹਥਿਆ ਲੈਣੀ ਹੈਗੀ, ਜੋ ਬਾਅਦ ਦੇ ਵਿੱਚ ਸਾਡੇ ਕਦੇ ਹੱਥ ਨਹੀਂ ਆਊਗੀ। ਔਰ ਉਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਛੋਟੀ ਜੀ ਕਿ ਮੈਂ ਤਲਵੰਡੀ ਸਾਬੋ ਤੋਂ ਬਿਲੋਂਗ ਕਰਦਾ, ਤੇ ਤਲਵੰਡੀ ਸਾਬੋ ਇੱਕ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਣੀ ਹੋਈ ਹੈ। ਐਡਾ ਵੱਡਾ ਅਦਾਰਾ ਹੈ ਉਹ, ਸੈਂਟਰ ਔਰ ਸਾਡੀ ਜਿਹੜੀ ਗਵਰਨਮੈਂਟ ਹੈਗੀ ਉਹਦੇ ਵਿੱਚ ਸ਼ੇਅਰ ਹੈਗਾ ਗਾ 51% ਔਰ ਉਹਦਾ 49% ਜਿਹੜਾ ਸ਼ੇਅਰ ਪ੍ਰਾਈਵੇਟ ਸੈਕਟਰ ਦਾ ਹੈਗਾ। ਔਰ ਉੱਥੇ ਵੀ ਕੀ ਹੋ ਰਿਹਾ ਹੈਗਾ ਕਿ ਲੋਕਾਂ ਦਾ ਘਾਣ ਹੋ ਰਿਹਾ। ਦੇਖੋ ਐਡਾ ਵੱਡਾ ਅਦਾਰਾ, ਕਿੱਡਾ ਵੱਡਾ ਉਹਨਾਂ ਦਾ ਬਜਟ ਹੈ, ਔਰ ਲੋਕਾਂ ਨੂੰ ਵੀਰ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ 20-25 ਹਜ਼ਾਰ ਰੁਪਇਆ ਉਹ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਉਂਦੇ ਆ। ਜੋ ਕੋਈ ਡਰਾਈਵਿੰਗ ਦੀ ਜੌਬ ਕਰਦਾ, ਕਿਸ ਤਰੀਕੇ ਦੀ ਵੀ ਜੌਬ ਕਰਦਾ ਹੈ, ਔਰ ਉਹਨਾਂ ਤੋਂ ਰਿਟਰਨ ਦੇ ਵਿੱਚ ਦੂਸਰੇ ਦਿਨ ਹੀ 10 ਜਾਂ 12 ਹਜ਼ਾਰ ਰੁਪਇਆ ਇਨ ਕੈਸ਼ ਫੜ ਲੈਂਦੇ ਹੈਗੇ। ਤਾਂ ਮਤਲਬ ਦਿਖਾਉਣ ਦੇ ਲਈ ਗੱਲ ਕੀ ਹੋ ਰਹੀ ਹੈਗੀ ਕਿ ਗੱਲ ਹੋ ਰਹੀ ਹੈ ਕਿ ਦੇਖੋ ਜੀ 24,000 ਰੁਪਏ ਅਸੀਂ ਪੇ ਕਰ ਰਹੇ ਹਾਂ, ਪਰ ਐਕਚੁਅਲ ਦੇ ਵਿੱਚ ਕੀ ਹੈ। ਔਰ ਜੇ ਕੋਈ ਬੋਲਦਾ ਹੈਗਾ ਤਾਂ ਉਹਦਾ ਮਤਲਬ ਕਿ ਉਹਨਾਂ ਨੂੰ ਉਹ ਮਤਲਬ ਕਿ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਸਾਡੇ ਸੂਟ ਨਹੀਂ ਪੈਂਦਾ, ਉਹਨੂੰ ਬਾਹਰ ਕੋਈ ਵੀ ਬਹਾਨਾ ਬਣਾ ਕੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ। ਉੱਥੇ ਕੋਈ ਸੁਣਵਾਈ ਨਹੀਂ ਹੈਗੀ। ਦੂਸਰੀ ਇੱਕ ਬਹੁਤ ਜਿਹੜੇ ਉਹ ਲੋਕ ਨੇ, ਮੈਂ ਗੱਲ ਕੰਟੀਨਿਊ ਤੁਸੀਂ ਕਰ ਲਿਓ, ਉਹ ਫਿਰ ਬੋਲਦੇ ਕਿਉਂ ਨਹੀਂ ਗੇ? ਜੇ ਕਿਸੇ ਨਾਲ ਇਸ ਤਰ੍ਹਾਂ ਹੋਇਆ ਵੀ ਰਿਫਾਈਨਰੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ 'ਚ 25,000 ਰੁਪਇਆ ਦੇ ਕੇ 12,000 ਵਾਪਸ ਲੈ ਲਿਆ ਜਾਂਦਾ ਕਿਸੇ ਤੋਂ, ਤਾਂ ਹੁਣ ਤੱਕ ਉਹਦਾ ਰੌਲਾ ਕਿਉਂ ਨਹੀਂ ਪਿਆ? ਅੱਛਾ ਜੀ, ਹੁਣ ਇਹ ਗੱਲ ਇਹ ਇੱਦਾਂ ਹੀ ਹੈ ਜੀ ਕਿ ਜਿਵੇਂ ਆਪਾਂ ਹੁਣ ਅੱਜ ਸਾਰਾ ਪੰਜਾਬ ਉੱਠ ਕੇ ਬੱਚਾ ਸੜਕਾਂ ਤੇ ਆ ਗਿਆ ਹੈਗਾ, ਉਦੋਂ ਪਹਿਲਾਂ ਇਹ ਚੀਜ਼ਾਂ ਸਾਡੇ ਵੀ ਸਾਹਮਣੇ ਨਹੀਂ ਆਈਆਂ। ਹੋਇਆ ਕਿ ਮੈਂ ਰਿਫਾਈਨਰੀ ਅਸੀਂ ਉਹਦੀਆਂ ਕਣਕਵਾਲ ਪਿੰਡ ਅਸੀਂ 2 ਲਾਈਨਾਂ ਉਹਦੀਆਂ ਬੰਦ ਕੀਤੀਆਂ ਸੀ, ਤਾਂ ਉਸ ਦਿਨ ਮੈਨੂੰ ਕੁਝ ਸੱਜਣ ਮਿਲੇ, ਉਹਨਾਂ ਨੇ ਇਹ ਗੱਲ ਬਾਹਰ ਕੱਢੀ ਕਿ ਅਸੀਂ ਵੀ ਉਹਨਾਂ ਨੂੰ ਮੈਂ ਇਹੀ ਸਵਾਲ ਪੁੱਛਿਆ ਜੋ ਤੁਸੀਂ ਮੈਨੂੰ ਸਵਾਲ ਕੀਤਾ ਕਿ ਅਸੀਂ ਇੱਥੇ ਆਉਂਦੇ ਰਹੇ ਹਾਂ ਪਹਿਲਾਂ ਕਾਫੀ ਵਾਰ, ਰਿਫਾਈਨਰੀ ਦਾ ਸਬੱਬ ਬਣਿਆ, ਉੱਥੇ ਜਾ ਕੇ ਕੁਝ ਕੰਮ ਹੋਰ ਵੀ ਸਾਨੂੰ ਕਰਨੇ ਪਏ। ਅਸੀਂ ਆਖਿਆ ਤੁਸੀਂ ਸਾਡੇ ਕੋਲ ਪਹਿਲਾਂ ਇਹ ਗੱਲ ਕਿਉਂ ਨਹੀਂ ਕੀਤੀ? ਤਾਂ ਉਹਨਾਂ ਦਾ ਇਹੀ ਜਵਾਬ ਸੀ ਕਿ ਅਸੀਂ ਕਰ ਨਹੀਂ ਸਕਦੇਗੇ ਕਿਉਂਕਿ ਸਾਡੀ ਜਿਹੜੀ ਜੌਬ ਸਿਕਿਉਰਿਟੀ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਬਿਲਕੁਲ ਨਿਲ ਹੈਗੀ, ਔਰ ਸਾਨੂੰ ਕਿਸੇ ਵੀ ਟਾਈਮ ਉਹ ਚੱਕ ਕੇ ਉਹ ਬਾਹਰ ਮਾਰਨਗੇ। ਜੇ ਇੱਕ ਦੇਖੋਗੀ, ਮੇਰਾ ਇੱਕ ਦੋਸਤ ਸੀ ਔਰ ਉਹਨੂੰ ਨਾ ਪਾਇਆ ਕੀ ਗਿਆ ਕਿ ਉਹ ਰਿਫਾਈਨਰੀ ਦੇ ਗੇਟ ਦੇ ਅੱਗੇ ਧਰਨਾ ਲਾ ਰਿਹਾ ਸੀ, ਪ੍ਰੋਟੈਸਟ ਕਰ ਰਿਹਾ ਸੀ ਐਜ਼ ਏ
ਜੋ ਵੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ, ਦੇਖੋ ਪ੍ਰੋਟੈਸਟ ਕਰਨਾ ਆਪਣਾ ਅਧਿਕਾਰ ਹੈ, ਸਾਨੂੰ ਸਾਡੇ ਕਾਨੂੰਨ ਨੇ ਦਿੱਤਾ ਹੈ। ਔਰ ਦੇਖੋ ਉਹਦੀ ਉਹਨਾਂ ਨੇ ਦੇਖ ਲਿਆ, ਉਹਨੂੰ ਪਿਨ ਪੁਆਇੰਟ ਕੀਤਾ ਔਰ ਉਸ ਬੰਦੇ ਨੂੰ ਨਾ ਉਹਨਾਂ ਨੇ ਬੈਨ ਕਰਤਾ 3 ਸਾਲ ਦੇ ਲਈ। ਤਾਂ ਅੱਜ ਇੱਕ ਨੌਜਵਾਨ ਦੇ ਲਈ 20,000 10,000 ਦੀ ਇੱਕ ਨੌਕਰੀ ਇੱਕ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਹਰ ਪਾਸੇ ਕਿਉਂਕਿ ਸਰਕਾਰੀ ਅਦਾਰੇ ਤਾਂ ਬਿਲਕੁਲ ਬੰਦ ਹੋਣ ਦੇ ਤਾਦਾਦ ਤੇ ਖੜੇ ਹੈ। ਤਾਂ ਦੇਖੋ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ, ਡਰਾਇਆ ਜਾਂਦਾ। ਇਹ ਪ੍ਰਾਈਵੇਟ ਸੈਕਟਰ ਦਾ ਇੱਕ ਮਤਲਬ ਕਿ ਵੀ ਜਿਹੜਾ ਮਾੜਾ ਪੱਖ ਹੈ। ਇੱਕ ਜਿਹੜੀ ਮੇਨ ਪੁਆਇੰਟ ਗੱਲ ਕਰਨ ਵਾਲੀ ਹੈ ਨਾ, ਕਿ ਉੱਥੋਂ ਕਈ ਪਿੰਡ ਅਸੀਂ ਉੱਥੋਂ ਰਿਫਾਈਨਰੀ ਨੇ ਉਜਾੜਤੇ। ਇੱਕ ਛੋਟੀ ਜਿਹੀ ਮੈਂ ਚੀਜ਼ ਐਡ ਕਰਨੀ ਚਾਹੂੰਗਾ, ਜਦੋਂ ਪ੍ਰਾਈਵੇਟ ਸੈਕਟਰ ਦੀ ਗੱਲ ਆਉਂਦੀ ਹੈ ਨਾ, ਪੰਜਾਬੀ ਹੈ ਜਿਹੜੇ ਉਹ ਇਕੱਲੇ ਅੰਬਾਨੀ ਤੇ ਅੰਡਾਨੀਆਂ ਦੀ ਹੀ ਗੱਲ ਕਰਦੇ ਆ। ਰੌਲਾ ਇਹ ਹੈਗਾ ਕਿ ਪ੍ਰਾਈਵੇਟ ਸੈਕਟਰ ਹੈ ਨਾ ਜਿਹੜਾ, ਇਹ ਸਾਰਾ ਇੱਕੋ ਹੀ ਹੈ। ਸਿਸਟਮ ਕੀ ਹੈ, ਇਹਨਾਂ ਦਾ ਇੱਕ ਡਿਸਪਲਿਨ ਬਣਿਆ ਹੋਇਆ ਹੈ, ਉਹ ਤੋਂ ਬਾਹਰ ਨਹੀਂ ਜਾਂਦਾ। ਪ੍ਰਾਈਵੇਟ ਸੈਕਟਰ ਜਦੋਂ ਵੀ ਐਕਸ਼ਨ ਕਰਦੇ ਆ ਤਾਂ ਉਹਨਾਂ ਦੇ ਐਕਸ਼ਨ ਹੈ ਨਾ ਜਿਹੜਾ, ਉਹ ਇੱਕ ਲਾਈਨ ਦੇ ਵਿੱਚ ਹੀ ਕਰਦੇ ਨੇ। ਜਦੋਂ ਮਤਲਬ ਕਿ ਉਹਨਾਂ ਨੇ ਇੱਥੇ ਆਏ ਨਾ, ਤਾਂ ਇੱਥੇ ਜਦੋਂ ਕਾਫੀ ਪਿੰਡ ਉਜਾੜ ਦਿੱਤੇ ਗਏ, 21-2200 ਕਿੱਲਾ ਉਹਨਾਂ ਨੇ ਐਕਵਾਇਰ ਕੀਤਾ। ਹਜੇ ਹੋਰ ਸੁਣਨ ਦੇ ਵਿੱਚ ਆ ਰਿਹਾ ਕਿ 4-5 ਹਜ਼ਾਰ ਏਕੜ ਉਪਜਾਊ ਜ਼ਮੀਨ ਹੈ ਨਾ ਜਿਹੜੀ, ਉਹਨਾਂ ਨੇ ਐਕਵਾਇਰ ਕਰਨੀ ਹੈਗੀ। ਕਾਫੀ ਹੋਰ ਪਿੰਡਾਂ ਦਾ ਉਜਾੜਾ ਹੋ ਜਾਣਾ ਹੈ ਉੱਥੋਂ। ਉੱਥੇ ਕੀ ਦੇਖਣ ਦੇ ਵਿੱਚ ਆਇਆ ਕਿ ਉਦੋਂ ਜਦੋਂ ਇਹ ਰਿਫਾਈਨਰੀ ਬਣੀ ਸੀ ਤਾਂ ਉਹਦੇ 'ਚ ਇਹ ਆਏ ਸੀ ਕਿ 2% ਅਸੀਂ ਪ੍ਰੋਫਿਟ ਦਾ ਇਸ ਏਰੀਆ ਦੇ ਵਿੱਚ ਲਾਇਆ ਕਰਾਂਗੇ ਡਿਵੈਲਪਮੈਂਟ ਲਈ, ਜਾਂ ਉਸ ਏਰੀਆ ਦੇ ਵਿੱਚ ਜਿਸ ਚੀਜ਼ ਦੀ ਵੀ ਰਿਕੁਆਇਰਮੈਂਟ ਹੋਊ ਲੋਕਾਂ ਦੇ ਹਿਸਾਬ ਦੇ ਨਾਲ ਉਹ ਚੀਜ਼ ਲੱਗੂਗੀ। ਦੇਖੋ ਵੀਰ ਜੀ, ਤੁਸੀਂ ਵੀ ਜਾਣਦੇ ਹੋ ਕਿ ਇੱਕ ਰਿਫਾਈਨਰੀ ਐਡਾ ਵੱਡਾ ਅਦਾਰਾ ਹੈ, ਇੱਕ ਕਰੋੜਾਂ ਰੁਪਈਆਂ ਦੇ ਵਿੱਚ ਬਜਟ ਹੈ। ਜੇ ਅਸੀਂ ਲਾਈਏ ਮਹੀਨੇ ਦਾ ਤੇ ਕਰੋੜਾਂ ਰੁਪਈਆ ਹੀ ਬਣਦੇ ਆ 2% ਸਾਡੇ। ਤਾਂ ਉਸ 2% ਦੇ ਵਿੱਚ ਇਸ ਕਾਰਪੋਰੇਟ ਸੈਕਟਰ ਜੋ ਰਿਫਾਈਨਰੀ ਹੈ ਸਟੀਲ ਕਿੰਗ ਮਿੱਤਲ ਦੀ ਹੈ, ਤਾਂ ਉੱਥੇ ਵੀਰ ਜੀ ਕੀ ਹੁੰਦਾ ਨਾ ਕਿ ਥੋੜੇ ਜਿਹੇ ਸਾਡੇ ਉਹਨਾਂ ਨੇ ਧਾਰਮਿਕ ਸਥਾਨ ਦੇਖ ਲਏ ਹੈਗੇ, ਉੱਥੇ ਕਦੇ ਉੱਥੇ ਲੱਕੜਾਂ ਸੁੱਟ ਆਉਂਦੇ ਹੈਗੇ ਕਿਸੇ ਡੇਰੇ ਦੇ ਵਿੱਚ, ਤਾਂ ਉਹ 2% ਉਹ ਸਾਨੂੰ ਇਸ ਤਰੀਕੇ ਨਾਲ ਦੇ ਰਹੇ ਆ। ਕਹੀ ਹੋਈ ਗੱਲ, ਕਾਨੂੰਨ ਬਣਿਆ ਹੋਇਆ ਕਿ 2% ਲਾਉਣਾ ਹੈ, ਤਾਂ ਸਾਨੂੰ ਉਹ ਲੋਕ ਆਪਦਾ ਪੱਲਾ ਨਹੀਂ ਫੜਾ ਰਹੇਗੇ। ਤੇ ਇਸ ਕਾਨੂੰਨ ਦੇ ਵਿੱਚ ਤਾਂ ਕਿੰਨੀਆਂ ਹੀ ਐਸੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਕਿ ਕਿਸਾਨ ਦੇ ਹਿੱਤ ਦੀ ਕੋਈ ਗੱਲ ਹੈ ਹੀ ਨਹੀਂਗੀ। ਤਾਂ ਅਸੀਂ ਕਿਵੇਂ ਇਹ ਚੀਜ਼ ਕਰ ਸਕਦੇ ਹਾਂ ਕਿ ਸਾਨੂੰ ਉਹਨਾਂ ਤੋਂ, ਫਿਰ ਦੇਖੋ ਜੇ ਉਹ ਲੋਕ ਕਾਣੇ ਹੈਗੇ, ਜੇ ਉਹਨਾਂ ਲੋਕਾਂ ਦੇ ਵਿੱਚ ਕੋਈ ਕਮੀ ਹੈ ਤਾਂ ਉਹ ਸਾਡੇ ਸਾਹਮਣੇ ਨਹੀਂ ਆ ਰਹੇਗੇ, ਸਾਨੂੰ ਉੱਥੇ ਜਾਣ ਨਹੀਂ ਦੇ ਰਹੇਗੇ। ਮੀਡੀਆ ਜਿਹੜਾ ਨੈਸ਼ਨਲ ਮੀਡੀਆ ਬਿਲਕੁਲ ਚੁੱਪ ਕੀਤਾ ਹੋਇਆਗਾ। ਸਾਨੂੰ ਵੀ ਪਤਾ ਦੇਸ਼ ਦੇ ਵਿੱਚ ਕੀ ਮਾਹੌਲ ਹੈਗਾ। ਔਰ ਸਭ ਤੋਂ ਵੱਡੀ ਚੀਜ਼ ਹੈ ਲੋਕਤੰਤਰ ਦੇ ਵਿੱਚ ਸਾਡਾ, ਜਦੋਂ ਸਾਰੇ ਪਾਸਿਓਂ ਮਤਲਬ ਕਿ ਅਸੀਂ ਬੰਦਾ ਇਨਸਾਨ ਥੱਕ ਜਾਂਦਾ, ਹਾਰ ਜਾਂਦਾ, ਤਾਂ ਉਹ ਮਤਲਬ ਕੀ ਕਰਦਾ ਕਿ ਕੋਰਟ ਦੇ ਵਿੱਚ ਜਾਂਦਾ ਹੈ। ਤਾਂ ਉਹ ਰਾਈਟ ਵੀ ਇਹਨਾਂ ਨੇ ਸਾਡੇ ਤੋਂ ਖੋਹ ਲਿਆ ਕਿ ਤੁਸੀਂ ਇਕੱਲੇ SDM ਤੱਕ ਸੀਮਤ ਹੈਗੇ ਹੋ। ਸੋ ਇਹ ਗੱਲ ਮੈਂ ਇਸ ਤਰੀਕੇ ਨਾਲ ਕੋਲੈਬੋਰੇਟ ਕਰਨੀ ਚਾਹੁੰਦਾ ਕਿ 2% ਜੋ ਸਾਡੇ ਨਾਲ ਕੀਤਾ ਸੀ ਇਹਨਾਂ ਨੇ, ਠੀਕ ਹੈ ਜੀ, ਸਰਕਾਰਾਂ ਨੇ ਵੀ ਕੀਤਾ ਸੀ ਔਰ ਕਾਰਪੋਰੇਟ ਸੈਕਟਰ ਨੇ ਵੀ ਕਿਹਾ 2% ਅਸੀਂ ਏਰੀਏ ਨੂੰ ਦੇਵਾਂਗੇ, ਕਿਉਂਕਿ ਸੰਤਾਪ ਅਸੀਂ ਹੰਢਾ ਰਹੇ ਹਾਂ। ਉਹਦਾ ਕਾਰਨ ਹੈ ਜੀ ਉੱਥੇ ਇੰਨੀ ਜ਼ਿਆਦਾ ਕੈਮੀਕਲ ਹੈ, ਜੋ ਉੱਥੇ ਕਿਸੇ ਨੂੰ ਖਾਰਿਸ਼ ਹੋ ਰਹੀ ਹੈ, ਕਿਸੇ ਨੂੰ ਦਮੇ ਦੀ ਬਿਮਾਰੀ ਹੋ ਰਹੀ ਹੈ। ਕਾਫੀ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਉਸ ਏਰੀਏ ਨੂੰ ਇਫੈਕਟ ਕਰ ਰਹੀਆਂ ਨੇ। ਤਾਂ ਉੱਥੇ ਕਿੰਨੀਆਂ ਵਧੀਆ ਚੀਜ਼ਾਂ ਉਸ 2% ਨਾਲ ਗਰੀਬ ਲੋਕਾਂ ਲਈ ਪੜ੍ਹਾਈ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਸੀ, ਹਸਪੀਟਲ ਬਣਾਏ ਜਾ ਸਕਦੇ ਸੀ, ਵਿਦਿਅਕ ਅਦਾਰੇ। ਤਾਂ ਸਾਡਾ ਸਟਰਕਚਰ ਹੈ ਨਾ ਇੱਕ, ਜੋ ਕਾਰਪੋਰੇਟ ਸੈਕਟਰ ਦਾ ਇੱਕ ਪੱਖ ਬਣਦਾ, ਉਹਨਾਂ ਦਾ ਫਰਜ਼ ਬਣਦਾ ਕਿ ਜਦੋਂ ਉਹ ਇੰਨਾ ਪੈਸਾ ਸਾਡੇ ਤੋਂ ਲੈਂਦੇ ਆ, ਕਮਾਉਂਦੇ ਆ, ਅਸੀਂ ਲੋਕ ਉਹਨਾਂ ਦੇ ਲਈ ਇੱਕ ਪ੍ਰੋਡਕਟ ਦੀ ਤਰ੍ਹਾਂ ਸਾਨੂੰ ਯੂਜ਼ ਕਰਦੇ ਆ, ਤਾਂ ਉਹਨਾਂ ਦੀਆਂ ਵੀ ਕੁਝ ਰਿਸਪੌਂਸਿਬਿਲਟੀਜ਼ ਬਣਦੀਆਂ ਕਿ ਉਹ ਰਿਟਰਨ ਦੇ ਵਿੱਚ ਸੁਸਾਇਟੀ ਦੇ ਲਈ ਕੁਝ ਸਾਡੇ ਲਈ ਕਰਨ। ਤੁਹਾਨੂੰ ਇਹ ਲੱਗਦਾ ਤੁਸੀਂ ਆਸਟ੍ਰੇਲੀਆ ਤੋਂ ਵਾਪਸ ਆਏ ਹੋ, ਤੁਹਾਨੂੰ ਇਹ ਲੱਗਦਾ ਕਿ ਨੌਜਵਾਨ ਇਸੇ ਕਰਕੇ ਬਾਹਰ ਜਾ ਰਿਹਾ ਜਾਂ ਉਧਰ ਦੀ ਜ਼ਿੰਦਗੀ ਬਿਹਤਰ ਹੈ ਤਾਂ ਬਾਹਰ ਜਾ ਰਿਹਾ? ਦੇਖੋ ਇੱਥੇ ਬੈਠਿਆਂ ਨੂੰ ਲੱਗਦੀ ਹੈ ਇਹ ਚੀਜ਼। ਜੇ ਮੈਂ ਆਪਦੀ ਪਰਸਨਲ ਗੱਲ ਕਰਾਂ, ਹੁਣ ਮੈਂ ਹਰ ਇੱਕ ਬੰਦੇ ਦੀ ਮੈਂ ਗੱਲ, ਦੇਖੋ ਜੀ ਪਹਿਲਾਂ ਤਾਂ ਇਨਸਾਨ ਜਦੋਂ ਤੁਰਦਾ ਹੈ, ਅੱਜ ਦੇ ਸਮੇਂ ਤਾਂ ਮਾਸ ਲੈਵਲ ਤੇ ਇਹੀ ਗੱਲ ਆ ਰਹੀ ਹੈ ਕਿ ਦੇਸ਼ ਸਾਡਾ ਜਿਹੜਾ ਹੈਗਾ ਬਰਬਾਦ ਹੋ ਚੁੱਕਾ, ਉਹਨਾਂ ਹੱਥਾਂ ਦੇ ਵਿੱਚ ਜਾ ਚੁੱਕਿਆ ਹੈ ਕਿ ਡੈਮੋਕ੍ਰੇਸੀ ਨੂੰ, ਲੋਕ ਇਹ ਸੋਚ ਲਓ ਕਿ ਡੈਮੋਕ੍ਰੇਸੀ ਨੂੰ ਸਾਡੇ ਪ੍ਰਧਾਨ ਮੰਤਰੀ ਤੋਂ ਹੀ ਖਤਰਾ ਹੋ ਗਿਆ। ਡੈਮੋਕ੍ਰੇਸੀ ਨੂੰ ਖਤਰਾ ਹੈ, ਜਦੋਂ ਲੋਕਤੰਤਰ ਨੂੰ ਖਤਰਾ ਹੈ। ਗੱਲ ਇਹੀ ਕਹੀ ਜਾਂਦੀ ਸੀ ਕਿ ਲੋਕਾਂ ਦਾ ਰਾਜ ਹੈ, ਲੋਕਤੰਤਰ ਨੂੰ ਖਤਰਾ। ਤਾਂ ਦੇਸ਼ ਦੇ ਵਿੱਚ ਓਬਵੀਅਸ ਗੱਲ ਆ, ਅਰਾਜਕਤਾ ਹੈ, ਫੈਲੀ ਹੋਈ ਹੈ, ਫਿਰਕਾ ਪ੍ਰਸਤੀ, ਇਹ ਚੀਜ਼ਾਂ ਬੜੀਆਂ ਭਾਰੂ ਨੇ। ਪਿੱਛੇ ਜੇ ਕਿੱਡਾ ਵੱਡਾ ਇੱਕ ਇਨਸੀਡੈਂਟ ਹੋਇਆ ਹੈਗਾ, ਇੱਕ ਲੜਕੀ ਹੈਗੀ, ਉਸ ਦਾ ਰੇਪ ਕੀਤਾ ਗਿਆ, ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ, ਜ਼ੁਬਾਨ ਕੱਟ ਦਿੱਤੀ ਗਈ। ਮਤਲਬ ਸਾਨੂੰ ਸਾਈਨ ਵੀ ਦਿੱਤਾ ਗਿਆ ਗਾ ਕਿ ਜੇ ਤੁਸੀਂ ਬੋਲੋਗੇ ਤਾਂ ਤੁਹਾਡੀ ਰੀੜ੍ਹ ਦੀ ਹੱਡੀ ਵੀ ਤੋੜ ਦਿਆਂਗੇ, ਤੁਹਾਡੀ ਅਸੀਂ ਜ਼ੁਬਾਨ ਕੱਟ ਦਿਆਂਗੇ, ਤੁਹਾਨੂੰ ਬੋਲਣ ਵੀ ਨਹੀਂ ਦੇਵਾਂਗੇ। ਉਹਨੂੰ ਡਿਫੈਂਡ ਵੀ ਕੀਤਾ ਜਾ ਰਿਹਾ ਜਿਹੜੇ ਬੰਦਿਆਂ ਨੇ ਕੰਮ ਕੀਤਾ। ਓਬਵੀਅਸ ਗੱਲ ਆ ਜੀ, ਦੇਖੋ, ਔਰ ਕਿੰਨੇ ਅਗਰੈਸਿਵ ਤਰੀਕੇ ਦੇ ਨਾਲ ਇੱਕ ਪਾਪ ਕੀਤਾ ਔਰ ਉਸ ਤੋਂ ਅੱਗੇ ਇੱਕ ਧਾਕ ਪਾਈ ਜਾ ਰਹੀ ਹੈ ਕਿ ਅਸੀਂ ਇਦਾਂ ਹੀ ਕਰਾਂਗੇ ਨਾ। ਤਾਂ ਚਲੋ ਉਹ ਨਹੀਂ ਹੋ, ਕਿਸੇ ਦੀ ਵੀ ਕੋਈ ਸੋਚ ਹੋ ਸਕਦੀ ਹੈ, ਪਰ ਮੇਰੇ ਖਿਆਲ ਨਾਲ ਪਹਿਲਾ ਬੰਦਾ ਰੋਟੀ ਵਾਰੀ ਸੋਚ ਕੇ ਚੱਲਦਾ ਹੈ। ਪਰ ਮੇਰਾ ਪਰਸਨਲ, ਜੋ ਮੈਂ ਆਪਦੀ ਪਰਸਨਲ ਗੱਲ ਕਰਾਂ
ਤਾਂ ਉਹ ਇਹੀ ਹੈਗੀ ਕਿ ਉੱਥੇ ਪ੍ਰਾਈਵੇਟੇਸ਼ਨ ਪ੍ਰੋਪਰ ਤਰੀਕੇ ਨਾਲ ਭਾਰੂ ਹੈ। ਹਰ ਇੱਕ ਚੀਜ਼ 'ਚ ਲਾ ਕੇ ਟ੍ਰੇਨਾਂ ਤੋਂ ਲਾ ਕੇ ਹਰ ਇੱਕ ਚੀਜ਼ ਉੱਥੇ ਪ੍ਰਾਈਵੇਟ ਹੈ। ਤਾਂ ਉੱਥੇ ਮਤਲਬ ਕਿ ਜਿਹੜੀ ਮਾਨਸਿਕ ਆਜ਼ਾਦੀ ਹੈ ਸਾਡੇ ਤੋਂ ਖੋਹ ਲਈ ਜਾਂਦੀ ਹੈ, ਜਿਹੜੀ ਸਾਡੇ ਗੁਰੂਆਂ ਨੇ ਦਿੱਤੀ ਹੈ ਸਾਨੂੰ ਸਿਖਾਇਆ ਗਿਆ ਕਿ ਅਕਾਲ ਪੁਰਖ ਦੀ ਫੌਜ, ਉਹਦੇ ਵਿੱਚ ਕੀ ਹੈ ਕਿ ਸਾਨੂੰ ਇੱਕ ਆਜ਼ਾਦ ਕੀਤਾ ਗਿਆ, ਆਜ਼ਾਦੀ ਦਿੱਤੀ ਗਈ ਹੈ। ਤਾਂ ਜਿੱਥੇ ਪ੍ਰਾਈਵੇਟੇਸ਼ਨ ਜ਼ਿਆਦਾ ਹੋ ਰਹੀ ਹੈ, ਉਹ ਮੈਂ ਇੱਕ ਛੋਟੀ ਜਿਹੀ ਆਪਾਂ ਜੇ ਇਹਨੂੰ ਕੁਦਰਤ ਦੇ ਨਿਯਮ ਦੇ ਹਿਸਾਬ ਨਾਲ ਲਾ ਕੇ ਚੱਲੀਏ ਗੱਲ ਨੂੰ, ਮਤਲਬ ਕਿ ਵਿਗਿਆਨ ਦੇ ਸ਼ਬਦਾਂ ਦੇ ਵਿੱਚ ਕਵਾਂਗੇ ਤਾਂ ਉਹਨੂੰ ਨਾ ਉਹ ਬਲੈਕ ਹੋਲ ਕਹਿ ਦਿੰਦੇ ਆ। ਸਾਡੇ ਗੁਰੂ ਨਾਨਕ ਦੇਵ ਜੀ ਨੇ ਅੰਧਕੂਪ ਕਿਹਾ ਸੀ। ਅੰਧਕੂਪ ਮਤਲਬ ਕਿ ਇੱਕ ਚੀਜ਼ ਹੈ ਨਾ ਕਿ ਕੋਈ ਪਾਵਰ ਹੈ ਇੱਕ ਪਾਸੇ ਇਕੱਠੀ ਹੋ ਰਹੀ ਹੈ। ਅੰਧਕੂਪ ਬ੍ਰਹਿਮੰਡ ਦੇ ਵਿੱਚ ਇੱਕ ਜਗ੍ਹਾ ਹੈਗੀ ਜਿੱਥੇ ਗ੍ਰੈਵਿਟੀ ਫੋਰਸਸ ਇੰਨੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਜਿੱਥੇ ਜਿਹੜੀ ਚੀਜ਼ ਉਹਨਾਂ ਦੇ ਦਾਇਰੇ ਦੇ ਵਿੱਚ ਆ ਗਈ ਉਹ ਨਾਸ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਕੁਦਰਤ ਦੇ ਅਸੂਲ ਨੂੰ ਮੰਨ ਕੇ ਚੱਲੀਏ ਤਾਂ ਇਦਾਂ ਨਹੀਂ ਲੱਗ ਰਿਹਾ ਤੁਹਾਨੂੰ ਕਿ ਜਿਹੜੀ ਪਾਵਰ ਆ ਉਹਨੂੰ ਇੱਕ ਥਾਂ ਤੇ ਸੈਂਟਰਲਾਈਜ਼ਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਸਾਰੀਆਂ ਕੰਟਰੀਆਂ, ਸਾਰੇ ਲੋਕ ਇਹ ਜਿਹੜੇ ਉੱਪਰ ਅਨੁਸ਼ਾਸਕ ਸਾਡੇ ਬੈਠੇ ਹੋਏ ਆ, ਉਹ ਇਸ ਤਰੀਕੇ ਨਾਲ ਹੀ ਚੀਜ਼ ਨੂੰ ਕਰ ਰਿਹਾ ਹੈ। ਜਿਵੇਂ ਕਿ ਹੁਣ ਇੰਡੀਆ ਦੇਖੋ ਕਿੱਡੀ ਵੱਡੀ ਕੰਟਰੀ ਹੈ, ਕਿੱਡੀ ਵੱਡੀ ਸੱਭਿਅਤਾ ਹੈ, ਕਿੰਨੀਆਂ ਜ਼ਿਆਦਾ ਵਿਭਿੰਨਤਾਵਾਂ ਨੇ, ਕਿੰਨੇ ਧਰਮ ਹੈ, ਕਿੰਨੀਆਂ ਬੋਲੀਆਂ, ਕਿੰਨੇ ਪਹਿਰਾਵੇ ਆ, ਖਾਣ ਪੀਣ ਸਭ ਕੁਝ ਵੱਖਰਾ ਹੈ। ਇਹਦੇ 'ਚ ਕਿਵੇਂ ਪੋਸੀਬਲ ਹੋ ਸਕਦਾ ਕਿ ਤੁਸੀਂ ਇਕੱਲਾ ਇੱਕ ਬਿਲਕੁਲ ਹੀ ਸੈਂਟਰ ਤੋਂ ਹੀ ਚੱਕ ਕੇ ਸਾਰੇ ਦੇਸ਼ ਨੂੰ ਤੁਸੀਂ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੋ? ਔਰ ਤੁਹਾਡੀ ਨੀਅਤ ਵੀ ਨਹੀਂ ਹੈਗੀ, ਲੋਕਾਂ ਨੂੰ ਵੀ ਦਿਖ ਰਿਹਾਗਾ ਕਿ ਤੁਹਾਡੀ ਨੀਅਤ ਵੀ ਸਾਫ਼ ਨਹੀਂ ਹੈਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਡਿਸਪ੍ਰੈਸ ਹੋਣੀਆਂ ਚਾਹੀਦੀਆਂ, ਜਿਹੜੀਆਂ ਚੀਜ਼ਾਂ ਪਾਵਰ ਹੈ ਜਿਹੜੀ ਉਹ ਵੰਡੀ ਹੋਣੀ ਚਾਹੀਦੀ ਆ ਹਰ ਇੱਕ ਲੈਵਲ ਤੇ। ਜੇ ਕਿਸਾਨ ਭਰਾ ਹੈਗੇ ਹੈਗੇ, ਜੇ ਪੰਜਾਬ ਦੇ ਪਿੰਡ ਆ ਤੇ ਪਿੰਡਾਂ ਕੋਲ ਆਪਣੇ ਕੁਝ ਅਧਿਕਾਰ ਹੋਣੇ ਚਾਹੀਦੇ ਆ, ਸਟੇਟ ਕੋਲੇ ਹੋਣੇ ਚਾਹੀਦੇ ਆ। ਸਟੇਟ ਦੇ ਨਾਲ ਅਫੇਅਰ ਹੈ ਜਿਹੜਾ ਸੈਂਟਰ ਦਾ, ਉਹ ਵੀ ਇੱਕ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ। ਹੁਣ ਕੀ ਮੇਰਾ ਸਵਾਲ ਥੋੜਾ ਬ੍ਰੌਡਰ ਸਵਾਲ ਇਹ ਸੀਗਾ ਕਿ ਮੈਂ ਕਹਿ ਰਿਹਾ ਸੀਗਾ ਕਿ ਅੱਜ ਕਿਸਾਨੀ ਦੇ ਹਾਲਾਤ ਬਣੇ, ਵੱਡੀ ਗਿਣਤੀ 'ਚ ਨੌਜਵਾਨ ਬਾਹਰ ਜਾ ਰਿਹਾ ਹੈ। ਕਿਸਾਨ ਸੀ ਉਹ ਮਜ਼ਦੂਰ ਬਣ ਗਿਆ, ਮਜ਼ਦੂਰ ਜਿਹੜਾ ਉਹਦੇ ਹੱਥ ਪੱਲੇ ਨਹੀਂ ਰਿਹਾ, ਕਿੱਲਾ ਡੇਢ ਕਿੱਲਾ ਜੇ ਜ਼ਮੀਨ ਵੀ ਰਹਿ ਗਈ ਉਹਨੇ ਵੇਚੀ ਤੇ ਬੱਚਾ ਬਾਹਰ ਘੱਲਤਾ। ਉੱਥੇ ਤੁਸੀਂ ਕਹਿ ਰਹੇ ਹੋ ਪ੍ਰਾਈਵੇਟਾਈਜੇਸ਼ਨ ਭਾਰੂ ਹੈ, ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, ਉਹਨਾਂ ਮੁਲਕਾਂ 'ਚ ਪ੍ਰਾਈਵੇਟਾਈਜੇਸ਼ਨ ਹੈ। ਅਸੀਂ ਇਹ ਕਹਿੰਦੇ ਆ ਕਿ ਉਹ ਮੁਲਕ ਬਹੁਤ ਬਿਹਤਰ ਨੇ, ਸਾਡੀ ਜ਼ਿੰਦਗੀ ਉੱਥੇ ਬਿਹਤਰ ਹੈ। ਕੀ ਵਾਕਈ ਬਿਹਤਰ ਹੈ? ਜੇ ਬਿਹਤਰ ਹੈ ਤਾਂ ਫਿਰ ਇੱਥੇ ਪ੍ਰਾਈਵੇਟਾਈਜੇਸ਼ਨ ਕਿਉਂ ਨਾ ਆਣ ਦਈਏ? ਦੇਖੋ ਜੀ, ਮੈਂ ਹਰ ਇੱਕ ਬੰਦੇ ਦਾ ਇੱਕ ਐਸਪੈਕਟ ਹੁੰਦਾ ਹੈ। ਕੋਈ ਇਕੱਲੇ ਪੈਸੇ ਬਾਰੇ ਸੋਚਦਾ ਹੈ। ਅਸੀਂ ਲੋਕ, ਮੈਂ ਹੋਰ ਤਰੀਕੇ ਨਾਲ ਗੱਲ ਕਰ ਦਾਂਗਾ, ਮੈਨੂੰ ਕੋਈ ਬਿਹਤਰ ਨਹੀਂ ਲੱਗਿਆ। ਸਾਨੂੰ ਸਾਡਾ ਆਪਦਾ ਦੇਸ਼ ਬਿਹਤਰ ਲੱਗਿਆ, ਆਪਦਾ ਇੱਥੇ ਸਾਡੇ ਕੋਲੇ ਬਹੁਤ ਕੁਝ ਹੈ। ਉਹ ਤਾਂ ਦੇਖੋ ਜੀ, ਜਿਹੜੀਆਂ ਕੰਟਰੀਆਂ ਹੈਗੀਆਂ ਨਾ ਉਹਨਾਂ ਦਾ ਕੋਈ ਹਿਸਟਰੀ ਨਹੀਂ ਹੈਗੀ, ਕੋਈ 300 ਸਾਲ ਪੁਰਾਣੀ, ਕੋਈ 400 ਸਾਲ ਪੁਰਾਣੀਆਂ, ਉਹਨਾਂ ਕੋਲੇ ਕੁਝ ਹੈ ਨਹੀਂ ਸੀ, ਉਹ ਖਾਲੀ ਲੋਕ ਸੀ। ਤਾਂ ਉੱਥੇ ਕੀ ਆ ਨਾ, ਕੰਪਨੀਆਂ ਨੂੰ ਵੱਡੀਆਂ ਨੂੰ ਲਿਆ ਕੇ ਉਹ ਦੇਸ਼ ਖੜੇ ਕੀਤੇ ਗਏ, ਮਜਬੂਰੀ ਸੀ, ਸੋਰਸਸ ਨਹੀਂ ਸੀ। ਉਹ ਕੰਟਰੀਆਂ ਨੂੰ ਬਣਾਉਣ ਦੇ ਵਿੱਚ ਪ੍ਰਾਈਵੇਟ ਲੋਕਾਂ ਦਾ ਹੱਥ ਸੀ। ਉੱਥੇ ਜਿਹੜੀ ਲੋਕਾਂ ਦੀ ਮਾਨਸਿਕ ਆਜ਼ਾਦੀ ਆ ਉਹ ਬੜਾ, ਜੇ ਅਸੀਂ ਗੱਲ ਕਰਦੇ ਹਾਂ ਕਿ ਇੱਥੇ ਲੋਕ ਸੁਸਾਈਡ ਕਰਦੇ ਆ ਤਾਂ ਬਾਹਰ ਬਹੁਤ ਜ਼ਿਆਦਾ ਕਰਦੇ ਆ। ਜੇ ਅਸੀਂ ਗੱਲ ਕਰਦੇ ਹਾਂ ਕਿ ਜੀ ਉੱਥੇ ਜੀ ਖਾਣ ਪਾਣੀ ਬਹੁਤ ਉਹ ਚੀਜ਼ਾਂ ਨੇ, ਕਿਉਂਕਿ ਇਹ ਟੌਪਿਕ ਬੜਾ ਇੱਕ ਅਲੱਗ ਤੋਂ ਹੋ ਜਾਣਾ, ਲੰਬਾ ਹੋ ਜਾਣਾ ਬਾਹਰ ਦਾ, ਤਾਂ ਉੱਥੋਂ ਮਤਲਬ ਮੈਂ ਚਾਹਣਾ ਥੋੜਾ ਕੰਪੇਅਰ ਕੀਤਾ ਜਾਵੇ, ਇਸ ਦੇ ਨਾਲ ਹੀ ਜੁੜੀ ਹੋਈ ਗੱਲ ਹੈ। ਔਰ ਤੁਸੀਂ ਕਿਉਂਕਿ ਕਿੰਨੇ ਸਾਲ, 6 ਸਾਲ ਆਲਮੋਸਟ ਆਸਟ੍ਰੇਲੀਆ ਰਹਿ ਕੇ ਆਏ ਹੋ। 6 ਸਾਲ ਬਾਅਦ ਮੈਂ ਆਇਆਂਗਾ ਜੀ। ਤਾਂ ਮਤਲਬ ਕਿ ਇਹ ਰੈਲੇਵੈਂਟ ਹੈ ਕਿ 6 ਸਾਲ ਇੱਕ ਬੰਦਾ ਆਸਟ੍ਰੇਲੀਆ ਰਹਿੰਦਾ ਔਰ ਅੱਜ ਉਹਨੂੰ ਪੰਜਾਬ ਦੀ ਕਿਸਾਨੀ ਤੇ ਘੋਲ ਦੇ ਵਿੱਚ ਪੰਜਾਬ ਦਾ ਦਰਦ ਕਿਉਂ ਜਾਗਦਾ, ਇਸ ਕਰਕੇ ਮੈਂ ਸਵਾਲ ਕਰ ਰਿਹਾ। ਹਾਂਜੀ, ਕਿਉਂਕਿ ਦੇਖੋ ਵੀਰ, ਗੱਲ ਇਦਾਂ ਕਿ ਮੈਂ ਆਸਟ੍ਰੇਲੀਆ ਰਹਿ ਰਿਹਾ ਸੀ, ਫਿਜ਼ੀਕਲ ਤੌਰ ਤੇ ਰਹਿ ਰਿਹਾ ਸੀ, ਵੈਸੇ ਮੈਂ ਪੰਜਾਬ 'ਚ ਹੀ ਰਹਿ ਰਿਹਾ ਸੀ 6 ਸਾਲ ਤੋਂ। ਤੁਸੀਂ ਕਦੇ ਵੀ ਮਤਲਬ ਕਿ ਚਲੋ ਮੇਰੇ ਹੋਰ ਦੋਸਤ ਦੇਖੋਗੇ ਤਾਂ ਪੰਜਾਬ ਦੀਆਂ ਹਮੇਸ਼ਾ ਅਸੀਂ ਜਦੋਂ ਵੀ ਕਦੇ ਮੁੱਦੇ ਉੱਠਦੇ ਸੀ, ਜਾਂ ਜਿਵੇਂ ਪਿੱਛੇ ਬਰਗਾੜੀ ਹੋਇਆ, ਬੜਾ ਦੁੱਖ ਲੱਗਣਾ ਕਿ ਆ ਨਹੀਂ ਸਕਦੇ ਸੀ। ਚਲੋ ਇਹੋ ਜਿਹੇ ਝਮੇਲੇ ਹੁੰਦੇ ਉੱਥੋਂ ਬਹੁਤ ਕੁਝ, ਹਰ ਇੱਕ ਚੀਜ਼ ਨਾਲ ਅਸੀਂ ਜੁੜੇ ਹੋਏ ਸੀ। ਫਿਜ਼ੀਕਲ ਤੌਰ ਤੇ ਅਸੀਂ ਹੁਣ ਆਏ ਹਾਂ, ਵੈਸੇ ਮੈਂਟਲੀ ਤੌਰ ਤੇ ਮੈਂ ਪਹਿਲਾਂ ਵੀ ਪੰਜਾਬ 'ਚ ਹੀ ਵਸ ਰਿਹਾ ਸੀ। ਮੇਰਾ ਇੱਕ ਆਪਣਾ ਸਾਰਾ ਸਰਕਲ ਆ। ਅਸੀਂ ਮਤਲਬ ਕਿ ਚਾਹੁੰਦੇ ਆਂਗੇ ਕਿ ਇਹ ਇੱਕ ਖਿੱਤਾ, ਆਬਾਦ ਖਿੱਤਾ ਹੈ, ਬਾਬੇ ਨਾਨਕ ਦਾ ਬਣਾਇਆ ਹੋਇਆ। ਦੇਖੋ ਜੀ, ਹਿਮਾਲਿਅਨ ਰੇਂਜ ਦਾ ਏਰੀਆ ਆਉਂਦਾ, ਇਹ ਹਿਮਾਲਿਆ ਤੋਂ ਪਾਣੀ ਨਿਕਲ ਕੇ ਆਉਂਦਾ। ਇੰਨਾ ਪਵਿੱਤਰ ਚੀਜ਼ ਹੈ ਕਿ ਇਸ ਧਰਤੀ ਨੂੰ ਬਾਬੇ ਨਾਨਕ ਨੇ ਹਲ ਗਵਾਉਣ ਦੇ ਲਈ ਚੂਜ਼ ਕੀਤਾ। ਇੱਥੇ ਅਸੀਂ ਕੁਝ ਵੀ ਉਗਾ ਲਈਏ। ਹੁਣ ਜਿਹੜੀ ਤੁਹਾਡੀ ਬਾਹਰ ਜਾਣ ਦੀ ਗੱਲ ਆ, ਆਪਾਂ ਉਸ ਦੀ ਗੱਲ ਕਰਦੇ ਹਾਂ ਕਿ ਪਿਛਲੇ 20-30 ਸਾਲ ਤੋਂ ਨਾ ਇੱਕ ਪ੍ਰੋਪੋਗੰਡਾ, ਚਾਹੇ ਏਜੰਸੀਆਂ ਲਾ ਲਓ, ਚਾਹੇ ਗਵਰਨਮੈਂਟ ਲਾ ਲਓ, ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈਗਾ ਕਿ ਅਸੀਂ ਵੀ ਆਪ ਖੁਦ, ਸਾਡੇ ਮਾਂ ਪਿਓ ਵੀ ਸਾਨੂੰ ਇਹ ਗੱਲ ਕਹਿੰਦੇ ਸੀ ਕਿ ਤੂੰ ਜੋ ਮਰਜ਼ੀ ਕੁਛ ਕਰ, ਖੇਤੀ ਨਹੀਂ ਕਰਨੀ।
ਸੋ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਆਪ ਵੀ ਕਈ ਵਾਰੀ ਜ਼ਿੰਮੇਵਾਰ ਹੋਏ ਆਂਗੇ ਕਿ ਅਸੀਂ ਆਪਦੇ ਨੌਜਵਾਨ ਵਰਗ ਨੂੰ, ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਅਸੀਂ ਆਪਦੇ ਧਰਮ ਨਾਲੋਂ ਵੀ ਤੋੜਿਆ, ਅਸੀਂ ਖੇਤੀਬਾੜੀ ਨਾਲੋਂ ਵੀ ਤੋੜਤਾ ਕਿ ਖੇਤੀਬਾੜੀ ਨੂੰ ਅਸੀਂ ਇੱਕ ਸਟੇਟ ਸਿੰਬਲ ਦੇ ਤੌਰ ਤੇ ਇਸ ਤਰੀਕੇ ਨਾਲ ਲੈਣ ਲੱਗੇ ਕਿ ਜੇ ਕੋਈ ਬੰਦਾ ਖੇਤੀਬਾੜੀ ਕਰ ਰਿਹਾ ਤਾਂ ਮਤਲਬ ਕਿ ਉਹ ਕੁਝ ਵੀ ਨਹੀਂ ਕਰ ਰਿਹਾ ਹੈਗਾ। ਸੋ ਇਸ ਤਰੀਕੇ ਦੀ ਜਿਹੜੀ ਹੈਗੀ ਹੈ ਕਿ ਮਾਨਸਿਕਤਾ ਸਾਡੇ ਲੋਕਾਂ ਦੀ ਬਣਾ ਦਿੱਤੀ ਗਈ। ਬਾਹਰ ਜਾ ਕੇ ਮੈਂ ਸਾਰੇ ਨਹੀਂ ਕਹੂੰਗਾ ਕਿ ਮੇਰੇ ਤਰੀਕੇ ਨਾਲ ਸੋਚਦੇ ਆ, ਪਰ ਮੈਨੂੰ ਬਹੁਤ ਜ਼ਿਆਦਾ ਸੱਜਣ ਮਿਲਿਆ ਜੋ ਇਸ ਤਰੀਕੇ ਨਾਲ ਸੋਚਦੇ ਆ ਕਿ ਸਾਡਾ ਦੇਸ਼, ਸਾਡੇ ਕੋਲੇ ਬਹੁਤ ਕੁਝ ਹੈ ਨਾ। ਦੇਖੋ ਬਾਬੇ ਨਾਨਕ ਨੇ ਇਹ ਧਰਤੀ ਨੂੰ ਚੂਜ਼ ਕੀਤਾ ਸੀ, ਉਹਨਾਂ ਨੇ ਇੱਥੇ ਹਲ ਵਾਇਆ। ਅਸੀਂ ਜੇ ਅੱਜ ਅਸੀਂ 2-3 ਫਸਲੀ ਚੱਕਰਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ, ਸਾਨੂੰ ਸ਼ਾਇਦ ਉਹੀ ਸਾਡੀ ਤਰਾਸਦੀ ਵੀ ਬਣ ਗਈ ਹੈ ਨਾ ਕਿ ਅਸੀਂ ਲੋੜ ਤੋਂ ਵੱਧ ਚੀਜ਼ਾਂ ਅਸੀਂ ਪੈਦਾ ਕਰਕੇ ਦੇਣ ਲੱਗ ਗਏ ਤਾਂ ਅੱਜ ਸਾਨੂੰ ਉਹ ਲੋਕ ਅੱਖਾਂ ਕੱਢਦੇ ਆ ਤਰੀਕੇ ਦੇ ਨਾਲ ਸਾਡੇ ਨਾਲ, ਮਤਲਬ ਕਿ ਰਾਬਤਾ ਫਸਾ ਲਿਆ ਸਾਨੂੰ। ਜਦੋਂ ਹਰੀ ਕ੍ਰਾਂਤੀ ਆਈ, ਲੋੜ ਸੀ, ਉਦੋਂ ਕਣਕ ਝੋਨੇ 'ਚ ਪਾਤਾ, ਹੁਣ ਸਾਨੂੰ ਨਾ ਤਾਂ ਨਿਕਲਣ ਦਾ ਰਾਹ ਦਿੰਦੇ ਆ ਤੇ ਸਾਨੂੰ ਆਰਥਿਕ ਤੌਰ ਤੇ ਵੀ ਮਾਰਿਆ ਜਾ ਰਿਹਾ। ਦੇਖੋ ਜੀ, ਜਦੋਂ ਇਹਨਾਂ ਨੂੰ ਲੋੜ ਸੀ ਇਹਨਾਂ ਨੇ ਸਾਨੂੰ ਜ਼ਹਿਰਾਂ ਦਿੱਤੀਆਂ ਕਿ ਅਸੀਂ ਐਕਸੈਪਟ ਵੀ ਕਰ ਲਈਆਂ, ਕੋਈ ਨਹੀਂ, ਸਾਰੇ ਦੇਸ਼ ਭੁੱਖਾ ਮਰ ਰਿਹਾ ਜੀ, ਪੰਜਾਬ ਸਿਆ ਤੂੰ ਆਪਦੀ ਜ਼ਿੰਮੇਵਾਰੀ ਸੰਭਾਲੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਸੀਗਾ ਜੇ ਤੁਹਾਡੇ ਕੋਲ ਹੈਗਾ ਤਾਂ ਵੰਡ ਕੇ ਛਕੋ। ਅਸੀਂ ਆਪਦਾ ਫਰਜ਼ ਨਿਭਾਇਆ। ਸਾਨੂੰ ਅੱਜ ਲੱਗਦਾ ਕਿ ਸਾਨੂੰ ਉਹ ਗਲਤੀ ਹੋ ਗਈ। ਇੰਨਾ ਕੁਝ ਜਦੋਂ ਕਿਤੇ ਇਹਨਾਂ ਦਾ ਹੋਰ ਕੋਈ ਚੱਕਰ ਪੈਂਦਾ ਸੀ, ਕਦੇ ਲੜਾਈ ਹੁੰਦੀ ਸੀ ਤਾਂ ਸਾਨੂੰ ਭੇਜਦੇ ਸੀ, ਜਦੋਂ ਵੀ ਕੁਝ ਹੋਇਆ ਤਾਂ ਸਾਨੂੰ ਅੱਗੇ ਕੀਤਾ ਗਿਆ। ਅੱਜ ਜੇ ਚੀਜ਼ ਲੈ ਕੇ ਆਉਣੀ ਚਾਹੁੰਦੇ ਸੀ ਤਾਂ ਕਿਉਂ ਸਾਡੇ ਨਾਲ ਆ ਕੇ ਗ੍ਰਾਸ ਰੂਟ ਤੇ ਕਿਉਂ ਨਹੀਂ ਗੱਲ ਕੀਤੀ ਗਈ? ਕਿਉਂ ਸਾਨੂੰ ਆ ਕੇ ਬੈਠ ਕੇ ਉਹਨਾਂ ਨੇ ਇਹਦੇ ਅੱਛੇ ਪੱਖ ਜੇ ਕੋਈ ਹੈਗੇ ਵੀ ਆ ਸਮਝਾਏ ਕਿਉਂ ਨਹੀਂ? ਕਿਉਂ ਇਸ ਤਰੀਕੇ ਦੇ ਨਾਲ ਤਾਨਾਸ਼ਾਹੀ, ਇਹ ਜਿਹੜੇ ਡਿਕਟੇਟਰਸ਼ਿਪ, ਜਿਹੜੇ ਕਾਨੂੰਨ ਆ ਸਾਡੇ ਤੇ ਪਾਸ ਕਰ ਦਿੱਤੇ ਗਏ, ਉੱਥੋਂ ਦਿੱਲੀ ਤੋਂ ਬੈਠ ਕੇ 4 ਕਾਗਜ਼ ਤੁਸੀਂ ਭੇਜ ਦਿੱਤੇ ਗਏ ਆ। ਔਰ ਤੁਸੀਂ ਕਹਿੰਦੇ ਹੋ ਕਿ ਲੋਕ ਹਿੱਤ ਹੈ। ਅੱਜ 10 ਸਾਲ ਦਾ ਬੱਚਾ ਵੀ ਹੈ, ਉਹਨੂੰ ਵੀ ਪਤਾ ਕਿ ਨਹੀਂ ਸਾਡੇ ਹਿੱਤ ਦੇ ਵਿੱਚ ਹੈਗੀ। ਜੇ ਲੋਕਾਂ ਦੇ ਹਿੱਤ ਦੀ ਗੱਲ ਹੈ ਤਾਂ ਫਿਰ ਕਿਉਂ ਕਿਸਾਨ ਆ ਜਿਹੜਾ ਸੜਕਾਂ ਦੇ ਉੱਤੇ ਉਤਰਿਆ ਹੋਇਆ? ਔਰ ਉੱਤੋਂ ਕਿੱਡੀ ਮਾੜੀ ਗੱਲ ਉਹਨਾਂ ਦੇ ਵਿੱਚ ਇਹ ਹੈਗੀ, ਪਿੱਛੇ ਉਹਨਾਂ ਦਾ ਇੱਕ ਭਾਜਪਾ ਦਾ ਇੱਕ ਲੀਡਰ ਆਇਆ, ਤਰਨ ਚੁੱਗ ਸ਼ਾਇਦ ਉਹਦਾ ਨਾਮ ਹੈ, ਮੈਂ ਬਹੁਤਿਆਂ ਨੂੰ ਨਹੀਂ ਜਾਣਦਾ, ਤਾਂ ਉਹਨੇ ਆ ਕੇ ਅੰਮ੍ਰਿਤਸਰ ਦੇ ਵਿੱਚ 2-3 ਸਾਡੇ ਸਰਦਾਰ ਭਰਾ ਨਾਲ ਖੜੇ ਕੀਤੇ ਔਰ ਉਹਦੀ ਗੱਲ ਕਰ ਰਿਹਾ ਹੈਗਾ ਕਿ ਇਹ ਅਸਲੀ ਕਿਸਾਨ ਹੈ, ਮੇਰੇ ਨਾਲ ਖੜੇ ਨੇ। ਠੀਕ ਹੈ ਜੀ। ਤਾਂ ਜਿਹੜੇ ਸੜਕਾਂ ਦੇ ਉੱਤੇ ਬੈਠੇ ਨੇ ਉਹ ਲੋਕ ਆ ਨਾ ਜਿਹੜੇ, ਉਹ ਮਤਲਬ ਕਿ ਚਾਹੇ ਏਜੰਸੀਆਂ ਦੇ ਲਾ ਲਓ, ਜਿਵੇਂ ਵੀ ਲਾ ਲਓ, ਚਾਹੇ ਕਿਸਾਨ ਯੂਨੀਅਨਾਂ ਦੁਆਰਾ ਇੱਕ ਪ੍ਰੋਪੋਗੰਡਾ ਕੀਤਾ ਗਿਆ, ਐਸਾ ਕੁਝ ਨਹੀਂਗਾ। ਜਿਹੜਾ ਗ੍ਰਾਸ ਰੂਟ ਤੇ ਕਿਸਾਨ ਆ ਉਹ ਸਾਡੇ ਨਾਲ ਜੁੜਿਆ ਹੋਇਆਗਾ। ਤਾਂ ਤੁਹਾਡੇ ਮੈਂ ਚੈਨਲ ਦੇ ਮਾਧਿਅਮ ਨਾਲ ਵੀ ਮੈਂ ਉਹਨੂੰ ਇੱਕ ਬੇਨਤੀ ਕਰੂੰਗਾ ਕਿ ਵੀਰ ਜੀ ਤੁਸੀਂ ਸਾਡੇ ਕਦੇ ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ, ਓਪਨ ਚੈਲੰਜ ਕਰਦੇ ਹਾਂ, 10,000 ਬੰਦਾ 20,000 ਬੰਦੇ ਦਾ ਆਪਾਂ ਇਕੱਠ ਰੱਖਦੇ ਹਾਂ, ਤੁਸੀਂ ਆਪਣਾ ਪੱਖ ਰੱਖੋ, ਅਸੀਂ ਆਪਣਾ ਪੱਖ ਰੱਖਦੇ ਹਾਂ, ਇੰਤਜ਼ਾਮਾਤ ਅਸੀਂ ਕਰਾਂਗੇ ਸਾਰੇ, ਤੁਸੀਂ ਆਓ ਸਾਨੂੰ ਸਮਝਾਓ। ਹੋ ਸਕਦਾ ਤੁਹਾਡੇ ਸਮਝਾਉਣ ਨਾਲ ਸਾਡੀ ਗੱਲ ਸਮਝ ਆ ਜੇ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ ਸਾਡੇ ਸਾਹਮਣੇ ਬੈਠ ਕੇ ਗੱਲ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਨੰਗਾ ਚਿੱਟਾ ਕਰਨਾ ਚਾਹੁੰਦੇ ਹਾਂ, ਤੁਸੀਂ ਮੰਨੋ ਤਾਂ ਸਹੀ ਨਾ ਕਿ ਅਸੀਂ ਗਲਤ ਕਰ ਰਹੇ ਹਾਂ, ਇਹ ਤਾਂ ਕਹੋ ਨਾ।